ਐਮਐਸਪੀ ਦੀ ਕਾਨੂੰਨੀ ਗਾਰੰਟੀ ਤੇ ਕੇਂਦਰ ਵਿਚਾਰ ਨਹੀਂ ਕਰੇਗਾ। ਲੋਕ ਸਭਾ ਦੇ ਵਿੱਚ ਇਹ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦਾ ਬਿਆਨ ਹੈ। ਉਹਨਾਂ ਨੇ ਕਿਹਾ ਕਿ ਕਾਨੂੰਨੀ ਗਾਰੰਟੀ ਦਾ ਕਦੇ ਵੀ ਵਾਅਦਾ ਨਹੀਂ ਕੀਤਾ। ਸੰਯੁਕਤ ਕਿਸਾਨ ਮੋਰਚੇ ਨੂੰ ਐਮਐਸਪੀ ਨੂੰ ਅਸਰਦਾਰ ਤੇ ਪਾਰਦਰਸ਼ੀ ਬਣਾਉਣ ਲਈ ਕਮੇਟੀ ਦਾ ਭਰੋਸਾ ਦਿੱਤਾ ਸੀ, ਲੇਕਿਨ ਕਾਨੂੰਨੀ ਗਾਰੰਟੀ ਦਾ ਕਦੇ ਵੀ ਵਾਅਦਾ ਨਹੀਂ ਕੀਤਾ। ਇਸ ਨੂੰ ਲੈ ਕੇ 29 ਮੈਂਬਰੀ ਕਮੇਟੀ ਬਣਾਈ ਗਈ ਹੈ। ਲੋਕ ਸਭਾ ਦੇ ਵਿੱਚ सांसद दीपक बैज दानिश अली ने सवाल पूछा सी कि की सरकार ने दसंबर 2021 च किसानां नूं एमएसपी ते कानूनी गारंटी देण लई कमेटी दे गठन दा भरोसा दिता सी। इस ते लिखती जवाब दे विच नरेंद्र तोमर ने कहा जी नहीं। नाल ही तोमर ने कहा है कि एमएसपी नूं होर असरदार ते पारदर्शी बनाउण, कुदरती खेती नूं उत्साहित करन अते बदलदियां लोड़ां नूं देखदिआं फसल पैटर्न दे विच बदलाव करन लई कमेटी दे गठन दा भरोसा दिता सी। तोमर ने कहा कि एक कमेटी का गठन किया गया है जिस दे विच किसान, केंद्र सरकार, सूबा सरकारां, खेती अर्थशास्त्री ते विज्ञानी शामिल ने। एक वड्डा बयान लोक सभा दे विच कहा कि कानूनी गारंटी का कदे भी वादा नहीं किया। डॉक्टर दर्शनपाल जुड़े ने क्रांतिकारी किसान यूनियन तो साडे नाल। डॉक्टर दर्शनपाल जी, स्वागत है न्यूज़ 18 पंजाब ते। धन्यवाद जी, तुहाडा बहुत बहुत शुक्रिया। जो खेती मंत्री ने लोक सभा ਦੇ ਵਿੱਚ ਕਿਹਾ ਹੈ, ਉਹਨਾਂ ਨੂੰ ਇਹ ਸਵਾਲ ਪੁੱਛਿਆ ਗਿਆ ਕਿ ਕੀ ਕਿਸਾਨਾਂ ਨੂੰ ਜਦੋਂ ਦਸੰਬਰ ਦੇ ਵਿੱਚ ਗੱਲਬਾਤ ਹੋਈ ਤਾਂ ਕੀ ਉਹਨਾਂ ਨੂੰ ਕਾਨੂੰਨੀ ਗਾਰੰਟੀ ਦਾ ਭਰੋਸਾ ਦਿੱਤਾ ਗਿਆ ਸੀ ਐਮਐਸਪੀ ਤੇ, ਤਾਂ ਉਹਨਾਂ ਨੇ ਕਿਹਾ ਨਹੀਂ। ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੀ ਕਮੇਟੀ ਬਣਾਈ ਹੈ ਅਸਰਦਾਰ ਐਮਐਸਪੀ ਨੂੰ ਕਿਵੇਂ ਬਣਾਇਆ ਜਾਵੇ, ਹੋਰ ਇਫੈਕਟਿਵ ਕਿਵੇਂ ਬਣਾਇਆ ਜਾਵੇ, ਇਸ ਦਾ ਅਸੀਂ ਭਰੋਸਾ ਦਿੱਤਾ ਸੀ ਤੇ ਉਸੇ ਤੇ ਕਮੇਟੀ ਬਣਾਈ ਹੈ। ਕਿਵੇਂ ਦੇਖ ਰਹੇ ਹੋ ਇਸ ਬਿਆਨ ਨੂੰ? नहीं देखो जी, ਅਸੀਂ ਕਦੇ ਵੀ ਸੰਯੁਕਤ ਕਿਸਾਨ ਮੋਰਚੇ ਨੇ ਅੰਦੋਲਨ ਦੇ ਪਹਿਲੇ ਦਿਨ ਤੋਂ ਅਸੀਂ ਇਹੀ ਡਿਮਾਂਡ ਕਰਦੇ ਰਹੇ ਕਿ ਕਾਨੂੰਨੀ ਗਰੰਟੀ ਵਾਲੀ ਜਿਹੜੀ ਕਮੇਟੀ ਬਣਨੀ ਚਾਹੀਦੀ ਹੈ। ਕਾਨੂੰਨੀ ਗਰੰਟੀ ਪਾਰਲੀਮੈਂਟ ਦੇ ਵਿੱਚ ਦੇਣੀ ਚਾਹੀਦੀ ਹੈ ਇਹਨਾਂ ਨੂੰ ਜੀ। ਜੇ ਕਮੇਟੀ ਵੀ ਬਣਨੀ ਹੈ ਤਾਂ ਕਾਨੂੰਨੀ ਗਰੰਟੀ ਵਾਸਤੇ ਬਣਨੀ ਚਾਹੀਦੀ ਹੈ। ਕੋਈ ਗੱਲਬਾਤ ਤਾਂ ਹੋਈ ਨਹੀਂ ਆਪਸ 'ਚ, ਇਹਨਾਂ ਨੇ ਕੋਈ ਗੱਲਬਾਤ ਥੋੜਾ ਕੀਤੀ। ਉਹ ਤਾਂ 3 ਕਾਨੂੰਨ ਵਾਪਸ ਹੋ ਗਏ। ਉਸ ਤੋਂ ਬਾਅਦ ਮੋਰਚੇ ਦੀਆਂ ਧਿਰਾਂ ਨੇ ਸੋਚਿਆ ਵੀ ਚੱਲ ਐਮਐਸਪੀ ਦੇ ਉੱਤੇ ਇਹਨਾਂ ਨੇ ਲਿਖ ਕੇ ਦਿੱਤਾ ਵੀ ਕਮੇਟੀ ਬਣਾਵਾਂਗੇ ਇੱਕ। ਉਹ ਕਮੇਟੀ ਦੇ ਵਿੱਚ ਨਾ ਇਹ ਹੋਇਆ ਸੀ ਕਾਨੂੰਨੀ ਗਰੰਟੀ ਵਾਲਾ, ਨਾ ਦੂਜਾ ਹੋਇਆ ਸੀ। ਇਹ ਤਾਂ ਐਵੇਂ ਹੁਣ ਬੋਲਦੇ ਨੇ, ਲੇਕਿਨ ਅਸੀਂ 13 ਦੇ 13 ਮਹੀਨੇ ਤੇ ਉਸ ਤੋਂ ਪਹਿਲੇ 2 ਮਹੀਨੇ ਜਦੋਂ ਵੀ ਗੱਲਬਾਤ ਚੱਲੀ ਆ, 12 ਰਾਊਂਡ ਗੱਲਬਾਤ ਦੇ ਹੋਏ ਨੇ, ਅਸੀਂ ਕਲੀਅਰ ਕਹਿੰਦੇ ਰਹੇ ਹਾਂ ਕਿ ਐਮਐਸਪੀ ਦੀ ਨਾ ਤਾਂ ਪ੍ਰੋਪਰ ਜੇ ਕਾਨੂੰਨ ਨਹੀਂ ਬਣਦਾ, ਨਾ ਐਮਐਸਪੀ ਪ੍ਰੋਪਰ ਮਿਲੇਗਾ, ਨਾ ਉਹਦੇ ਤੇ ਖਰੀਦੀ ਹੋਊਗੀ। ਹੁਣ ਅਸੀਂ ਰੋਜ਼ ਦੇਖਦੇ ਕਿ ਕਿਵੇਂ ਐਮਐਸਪੀ ਅਨਾਊਂਸ ਜਿਹੜਾ ਹੁੰਦਾ ਉਹਦੇ ਤੇ ਨਾ ਮੂੰਗੀ ਵਿਕਦੀ ਹੈ, ਨਾ ਮੱਕੀ ਵਿਕਦੀ ਹੈ, ਨਾ ਸੂਰਜਮੁਖੀ ਵਿਕਦਾ। 2 ਫਸਲਾਂ ਨੂੰ ਛੱਡ ਕੇ, 2 ਰਾਜਾਂ ਨੂੰ ਛੱਡ ਕੇ, 3 ਰਾਜਾਂ ਨੂੰ, ਬਾਕੀ ਸਾਰੇ ਦੇਸ਼ ਦੇ ਵਿੱਚ ਕਿਤੇ ਵੀ ਐਮਐਸਪੀ ਤਾਂ ਨਹੀਂ ਮਿਲ ਰਿਹਾ। ਇਹਦੀ ਗਰੰਟੀ ਕਰਨ ਲਈ ਸਰਕਾਰ ਬੇਲੋੜੇ ਬਲਕਿ ਆਰਥਿਕ ਜਿਹੜੇ ਲੋਕਾਂ ਨੂੰ ਬਹਾਨੇ ਲਾ ਰਹੀ ਹੈ ਉਹ ਵੀ ਗਲਤ ਹੈ। ਤੇ ਜਿਹੜੇ ਕਿਸਾਨਾਂ ਦੀ ਲੁੱਟ ਇਸ ਕਰਕੇ ਹੋ ਰਹੀ ਹੈ ਕਿ ਉਹਨਾਂ ਨੂੰ ਉਹਨਾਂ ਦਾ ਵਾਜਬ ਭਾਅ ਨਹੀਂ ਮਿਲਦਾ। ਜੋ ਕਿਸਾਨ ਜਥੇਬੰਦੀਆਂ ਉਠਾ ਰਹੀਆਂ ਨੇ ਉਹਦਾ ਇੱਕੋ ਇੱਕ ਤਰੀਕਾ ਹੈ ਕਿ ਐਮਐਸਪੀ ਪ੍ਰੋਪਰਲੀ C2 50% ਦੇ ਮੁਤਾਬਕ ਅਨਾਉਂਸ ਹੋਵੇ ਤੇ ਐਮਐਸਪੀ ਤੇ ਖਰੀਦ ਦੀ ਗਰੰਟੀ ਹੋਵੇ। ਡਾਕਟਰ ਸਾਹਿਬ, ਜਦੋਂ ਲਾਸਟ ਗੱਲਬਾਤ ਹੋਈ ਹੈ, ਜਦੋਂ ਦਿੱਲੀ ਤੋਂ ਮੋਰਚਾ ਚੁੱਕਿਆ ਵੀ ਹੈ, ਉਸ ਵੇਲੇ ਜਦੋਂ ਗੱਲਬਾਤ ਹੋਈ ਹੈ ਕਿ ਉਦੋਂ ਕਾਨੂੰਨੀ ਗਾਰੰਟੀ ਨੂੰ ਲੈ ਕੇ ਜਿਹੜੀਆਂ ਤੁਹਾਡੀਆਂ ਮੰਗਾਂ ਸੀ, ਕੋਈ ਗੱਲਬਾਤ ਹੋਈ? ਜੀ, ਕੋਈ ਗੱਲਬਾਤ ਹੀ ਨਹੀਂ ਹੋਈ। ਦੇਖੋ, ਇੱਕ ਬੜੀ ਗੱਲ ਕਲੀਅਰ ਕਰਦਾ ਕਿ 22 ਫਰਵਰੀ ਤੋਂ ਬਾਅਦ ਸਰਕਾਰੀ ਤੇ ਕੇਂਦਰ ਦੇ ਸਰਕਾਰੀ ਉਹਦੇ ਵਿੱਚ ਤੇ ਕਿਸਾਨਾਂ ਦੇ ਵਿੱਚ ਕੋਈ ਗੱਲਬਾਤ ਇਸ ਨੂੰ ਲੈ ਕੇ ਹੋਈ ਹੋ ਨਹੀਂ। ਜਿਹੜਾ ਭਰੋਸਾ ਆਇਆ ਸੀ ਸਰਕਾਰ ਦੇ ਵੱਲੋਂ ਉਸ ਦੇ ਵਿੱਚ ਕੀ ਸੀ ਐਮਐਸਪੀ ਨੂੰ ਲੈ ਕੇ? ਸਰਕਾਰ ਨੇ ਇੱਕ ਲੈਟਰ ਲਿਖ ਕੇ ਭੇਜਤੀ ਸੀ। ਉਦੋਂ ਅਸਲ ਕਿਸਾਨਾਂ ਦੇ ਵਿੱਚ ਇਹ ਸੀ ਕਿ 3 ਕਾਨੂੰਨ ਵਾਪਸ ਹੋ ਗਏ ਕਿ ਦੇਖੀ ਜਾਊਗੀ ਅੱਗੇ। ਤਾਂ ਹੀ ਤਾਂ ਅਸੀਂ ਸੰਘਰਸ਼ ਸਸਪੈਂਡ ਕੀਤਾ ਸੀ ਆਪਣਾ। ਅਸੀਂ ਕੋਈ ਕਮੇਟੀ ਬਣਨ ਦੇ ਆਸਰੇ ਤੇ ਥੋੜਾ ਛੱਡ ਕੇ ਆਏ ਸੀ। ਕਮੇਟੀ ਤਾਂ ਉਦੋਂ ਹੀ ਬਣਾ ਸਕਦੇ ਸੀ। ਅਸੀਂ ਇਹ ਸਸਪੈਂਡ ਕਰਕੇ ਆਏ ਸੀ ਕਿ ਐਮਐਸਪੀ ਦਾ ਕਾਨੂੰਨੀ ਗਰੰਟੀ ਲੈਣੀ ਹੈ। ਅਸੀਂ ਇਹ ਛੱਡ ਕੇ ਆਏ ਸੀ। 3 ਕਾਨੂੰਨ ਵਾਪਸ ਕਰਾ ਕੇ ਆਏ ਸੀ ਤੇ ਕੇਸ ਵਾਪਸ ਲੈਣ ਦਾ ਇਹਨਾਂ ਨੇ ਵਾਅਦਾ ਕੀਤਾ ਸੀ, ਉਹ ਵੀ ਹਜੇ ਤੱਕ ਵਾਪਸ ਨਹੀਂ ਲਏ। ਸੋ ਇਸ ਕਰਕੇ ਅਸੀਂ ਜੋ ਸਾਡੀਆਂ ਜਥੇਬੰਦੀਆਂ ਦੇ ਵਿੱਚ ਅੰਡਰਸਟੈਂਡਿੰਗ ਸੀ ਉਹ ਇਹ ਸੀ। ਇਹ ਬੇਸ਼ੱਕ ਕਹਿੰਦੇ ਰਹੇ ਕਿ ਕਿਸੇ ਨਾਲ ਗੱਲਬਾਤ ਹੀ ਨਹੀਂ ਹੋਈ ਜੀ। ਇਹਨਾਂ ਨੇ ਜੋ 9 ਤਰੀਕ ਨੂੰ ਚਿੱਠੀ ਭੇਜੀ ਉਹਦੇ ਵਿੱਚ ਇਹਨਾਂ ਨੇ ਇਸ ਕਿਸਮ ਦਾ ਲਿਖਿਆ ਹੋਇਆ ਸੀ ਜੋ ਹੁਣ ਇਹਨਾਂ ਨੇ ਜਿਸ ਕਿਸਮ ਦੀ ਕਮੇਟੀ ਬਣਾਈ ਹੈ, ਲੇਕਿਨ ਅਸੀਂ ਉਸ ਨੂੰ ਸਹਿਮਤੀ ਦੇ ਕੇ ਨਹੀਂ ਸੀ ਆਏ। ਅਸੀਂ 3 ਕਾਨੂੰਨਾਂ ਦੇ ਉੱਤੇ ਮੇਨਲੀ ਉੱਠ ਕੇ ਆਏ ਸੀ। ਉੱਥੋਂ ਐਮਐਸਪੀ ਦੇ ਬਾਰੇ ਅਸੀਂ ਲੜਾਈ ਜਾਰੀ ਰੱਖਾਂਗੇ ਇਹ ਕਹਿ ਕੇ ਆਏ ਸੀ। ਇਹ ਲੜਾਈ ਜਾਰੀ ਰੱਖਾਂਗੇ, ਇਹ ਨਹੀਂ ਕਿ ਕਮੇਟੀ ਬਣਾਉਣ ਲਈ ਲੜਾਈ ਜਾਰੀ ਰੱਖਾਂਗੇ। ਜੀ, ਡਾਕਟਰ ਦਰਸ਼ਨਪਾਲ ਜੀ ਜੁੜੇ ਰਹਿਣਾ ਸਾਡੇ ਨਾਲ। ਬੀਜੇਪੀ ਆਗੂ ਹਰਜੀਤ ਗਰੇਵਾਲ ਜੁੜੇ ਨੇ। ਗਰੇਵਾਲ ਜੀ, ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਸ਼ੁਕਰੀਆ ਜੀ। खेती मंत्री ਦਾ ਲੋਕ ਸਭਾ ਦੇ ਵਿੱਚ ਇਹ ਬਿਆਨ ਹੈ। ਉਹਨਾਂ ਨੇ ਜਵਾਬ ਦਿੱਤਾ ਇੱਕ ਸਵਾਲ ਦਾ ਕਿ ਕਾਨੂੰਨੀ ਗਾਰੰਟੀ ਨੂੰ ਲੈ ਕੇ ਕੋਈ ਭਰੋਸਾ ਨਹੀਂ ਦਿੱਤਾ ਗਿਆ ਸੀ, ਸਿਰਫ ਐਮਐਸਪੀ ਨੂੰ ਇਫੈਕਟਿਵ ਹੋਰ ਕਿਵੇਂ ਬਣਾਇਆ ਜਾਵੇ ਇਸ ਨੂੰ ਲੈ ਕੇ
ਅਸੀਂ ਭਰੋਸਾ ਦਿੱਤਾ ਸੀ ਤੇ ਉਸੇ ਨੂੰ ਲੈ ਕੇ ਕਮੇਟੀ ਬਣਾਈ ਹੈ। ਲੇਕਿਨ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪਹਿਲੇ ਦਿਨ ਤੋਂ ਜਦੋਂ ਤੋਂ ਧਰਨੇ ਤੇ ਬੈਠੇ ਸੀ, ਜਿੰਨੇ ਰਾਉਂਡ ਗੱਲਬਾਤ ਦੇ ਹੋਏ ਨੇ, ਉਹਨਾਂ ਦੇ ਵਿੱਚ ਕਾਨੂੰਨੀ ਗਾਰੰਟੀ ਦੀ ਹੀ ਮੰਗ ਸੀ ਤੇ ਹੁਣ ਵੀ ਉਹੀ ਮੰਗ ਹੈ। देखो, पहली गल तो यह है कि सरकार ने उस वेले भी एक गल स्पष्ट की थी कि भारत सरकार ने कहा थी कि MSP है, MSP जारी रहेगी ते ये बंद नहीं होएगी। तो जो MSP हुण जिहड़ी मैं डॉक्टर दर्शनपाल जी नूं सुन रहा सी जी, वो कह रहे हैं कि MSP दो ही राज्यां च मिलदी है, ਦੋ ਹੀ ਫਸਲਾਂ ਤੇ ਵੀ ਮਿਲਦੀ ਹੈ, ਦੋ ਹੀ ਫਸਲਾਂ ਤੇ ਮਿਲ ਰਹੀ ਆ। ਉਹੀ MSP ਦੀ ਗਾਰੰਟੀ ਕਿਹਾ ਸੀ ਕਿ ਜਾਰੀ ਰਹੇਗੀ, ਐਜ਼ ਇਟ ਇਜ਼ ਰਹੇਗੀ। ਦੂਜੀ ਗੱਲ ਜਿਹੜੀ ਮੂੰਗੀ ਦੀ ਗੱਲ ਕਰਦੇ ਆ, ਉਹ ਭਗਵੰਤ ਮਾਨ ਜੀ ਨੇ ਗਾਰੰਟੀ ਦਿੱਤੀ। ਉਹਨਾਂ ਨੇ ਕਿਹਾ ਕਿ MSP ਤੇ ਖਰੀਦਾਂਗੇ, ਉਹਨਾਂ ਨੇ ਨਹੀਂ ਖਰੀਦਿਆ। ਇਹ ਉਹਨਾਂ ਦੇ ਬਾਰੇ ਤਾਂ ਕੁਝ ਵੀ ਨਹੀਂ ਬੋਲਦੇ, ਇਹ ਤਾਂ ਭਾਜਪਾ ਦੇ ਪਿੱਛੇ ਪੈ ਜਾਂਦੇ ਆ। ਅਸਲ ਗੱਲ ਆ ਹੈਗੀ ਆ। ਤੇ ਦੂਜੀ ਗੱਲ ਜਿਹੜੀ ਆ ਜਿਹੜੀ ਕਮੇਟੀ ਬਣੀ ਆ, ਇਹ ਕਮੇਟੀ ਜ਼ਰੂਰ ਜਾਣਾ ਚਾਹੀਦਾ। ਜੇ ਗੱਲਬਾਤ ਨਹੀਂ ਹੋਏਗੀ ਤਾਂ ਗੱਲ ਕਿੱਥੋਂ ਅੱਗੇ ਵਧੇਗੀ। ਇਹਦੇ 'ਚ ਉਹਨਾਂ ਨੇ ਪਹਿਲਾਂ ਹੀ ਸ਼ੁਰੂ 'ਚ ਹੀ ਲਿਖਿਆ, ਜਿਹੜਾ ਨੋਟੀਫਿਕੇਸ਼ਨ ਆ, ਪ੍ਰਧਾਨ ਮੰਤਰੀ ਜੀ ਦੀ ਘੋਸ਼ਣਾ, ਜ਼ੀਰੋ ਬਜਟ ਆਧਾਰਿਤ ਖੇਤੀ ਨੂੰ बढ़ावा ਦੇਣਾ, ਦੇਸ਼ ਦੀ ਬਦਲਦੀ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖ ਕੇ ਕ੍ਰੌਪ ਪੈਟਰਨ ਨੂੰ ਬਦਲਣਾ। लेकिन संयुक्त किसान मोर्चे का कहना है कि एक तो MSP ते एक्सक्लूसिव कमेटी बने, दूसरा उन्होंने कहा कि ये जिहड़ी कमेटी बनी है इस दे विच सरकार पक्षी बंदे पहला ही ज्यादा रखे गए ने, तो उत्थे उस प्लेटफॉर्म ते जाण दा कोई फायदा ही नहीं। बई गल ये आ, जे सरकार पक्षी बंदे भी ने वो तो चलो रहने ही हुंदे आ, तो उत्थे तां लिखत च गल होनी आ। तुसीं अपने सुझाव अपनियां गल्लां रख सकदे हो। जे वो ज्यादा प्रभावी होणगीਆਂ ਤਾਂ निश्चित है कि जनता के सामने ਤਾਂ ਆਉਣਗੀਆਂ जी। ਉਹਦੇ ਚ ਵੀ ਜਿਹੜੀਆਂ ਚੀਜ਼ਾਂ ਇਹਦੇ ਚ ਲਿਖੀਆਂ ਨੇ, ਜੇ ਉਹ ਵੀ ਹੋ ਜਾਣਗੀਆਂ, ਉਹਦੇ ਤੇ ਵਿਚਾਰ ਵਟਾਂਦਰਾ ਹੋ ਜਾਏਗਾ। ਔਰ ਉਹਦੇ ਚ ਵੀ SKM ਨੂੰ ਮਹੱਤਵਪੂਰਨ ਜਗ੍ਹਾ ਦਿੱਤੀ ਜਾ ਰਹੀ ਆ, ਮਹੱਤਵ ਦਿੱਤਾ ਜਾ ਰਿਹਾ, ਤਾਂ ਉਹ ਤਾਂ ਅੱਛੀ ਗੱਲ ਹੈ। ਇਹਨਾਂ ਦੀ ਰਿਸਪੈਕਟ ਹੀ ਹੋ ਰਹੀ ਹੈ ਨਾ, ਕਿ ਵੀ ਇਹਨਾਂ ਤੋਂ ਸਲਾਹ ਮਸ਼ਵਰਾ ਲੈ ਕੇ ਆਪਾਂ ਕਰਨਾ। ਕਿਉਂਕਿ ਜਦੋਂ ਬਿਨਾਂ ਸਲਾਹ ਮਸ਼ਵਰਾ ਲੈ ਕਰੋ ਫਿਰ ਇਹ ਕਹਿੰਦੇ ਕਿਸਾਨਾਂ ਨਾਲ ਧੱਕਾ ਹੋ ਗਿਆ। ਤਾਂ ਹੁਣ ਸਲਾਹ ਮਸ਼ਵਰਾ ਡਾਕਟਰ ਦਰਸ਼ਨਪਾਲ ਜੀ ਸਲਾਹ ਲੈਣੀ ਚਾਹੁੰਦੇ ਨੇ, ਕਹਿ ਰਹੇ ਨੇ ਕਿ 3 ਜਿਹੜੇ ਜਗ੍ਹਾ ਖਾਲੀ ਰੱਖੀਆਂ ਗਈਆਂ ਸੀ, ਸੰਯੁਕਤ ਕਿਸਾਨ ਮੋਰਚੇ ਨੂੰ ਜਾਣਾ ਚਾਹੀਦਾ। ਜੇ ਉਹਨਾਂ ਦੀ ਗੱਲ ਜ਼ਿਆਦਾ ਸੰਯੁਕਤ ਕਿਸਾਨ ਮੋਰਚੇ ਦੀ ਅਸਰਦਾਰ ਹੋਊਗੀ ਤਾਂ ਉਹ ਮੰਨੀ ਜਾਊਗੀ। ਨਹੀਂ ਜੀ, ਦੇਖੋ ਗਰੇਵਾਲ ਸਾਹਿਬ ਨੂੰ ਵੈਸੇ ਪੰਜਾਬ ਦੇ ਨੇ, ਇਹ ਸਿੱਖ ਨੇ, ਇਹਨਾਂ ਨੂੰ ਪੰਜਾਬੀਆਂ ਦੇ ਨਾਲ ਖੜਨਾ ਚਾਹੀਦਾ। ਆਪਣੇ ਪੰਜਾਬੀ ਤੇ ਸਿੱਖ ਕਿਸਾਨਾਂ ਦੀ ਆਵਾਜ਼ ਉਠਾਉਣੀ ਚਾਹੀਦੀ ਹੈ, ਇੱਕ ਜੀ। ਦੂਜੀ ਗੱਲ ਇਹ ਬੜੀ ਕਲੀਅਰ ਹੈ ਕਿ ਚੇਅਰਮੈਨ ਬਣਾਏ ਨੇ ਸੰਜੇ ਅਗਰਵਾਲ ਤੇ ਆਪਣੇ ਰਮੇਸ਼ ਚੰਦਰ ਜੀ ਹੈਗੇ ਨੇ ਨੀਤੀ ਆਯੋਗ ਚੋਂ, ਇੱਕ ਇਕੋਨੋਮਿਸਟ ਨੇ ਅਹਿਮਦਾਬਾਦ ਚੋਂ, ਬੇਸ਼ੱਕ ਪੰਜਾਬੀ ਨੇ, ਲੇਕਿਨ MSP ਰਜੀਮ ਦੇ ਵਿਰੋਧੀ ਨੇ। ਇਹਨਾਂ ਨੇ ਆਰਟੀਕਲ ਦੇਖ ਲਓ ਲਿਖੇ ਹੋਏ, ਇਹਨਾਂ ਨੇ 3 ਕਾਨੂੰਨਾਂ ਚ ਕੀ ਕਰਵਾਈ ਸੀ। ਨੰਬਰ 3 ਇਹ ਜਿਹੜੇ 5 ਕਿਸਾਨ ਲੀਡਰ ਲਏ ਗਏ ਨੇ, ਇਹ ਸਾਰੇ ਦੇ ਸਾਰੇ 3 ਕਾਨੂੰਨਾਂ ਦੇ ਪੱਖ ਸੀਗੇ, MSP ਰਜੀਮ ਦੇ ਵਿਰੋਧੀ ਨੇ। ਸੋ ਇਹ BJP ਜਾਂ RSS ਨਾਲ ਜੁੜੇ ਹੋਏ ਨੇ। ਚੌਥੀ ਗੱਲ, ਜਦੋਂ ਅਸੀਂ ਗੱਲ ਨੂੰ ਲਗਾਤਾਰ ਕਹਿ ਰਹੇ ਹਾਂ ਵੀ ਸਾਨੂੰ ਤੁਸੀਂ ਮੌਕਾ ਦਿਓ, ਅਸੀਂ ਆਪਣਾ ਕਾਨੂੰਨ ਤੁਹਾਨੂੰ ਬਿੱਲ ਡਰਾਫਟ ਕਰਕੇ ਦਿੰਦੇ ਹਾਂ, ਉਸ ਬਿੱਲ ਨੂੰ ਪਾਰਲੀਮੈਂਟ 'ਚ ਰੱਖੋ ਤੇ ਡਿਸਕਸ਼ਨ ਕਰਾਓ। ਜੇ ਸਰਕਾਰ BJP ਦੀ ਪਹਿਲੀ BJP 1 ਜਿਹੜੀ ਸਰਕਾਰ ਸੀ, ਮੈਂ ਗਰੇਵਾਲ ਸਾਹਿਬ ਤੁਹਾਨੂੰ ਦੱਸਦਾ ਕਿ ਅਸੀਂ MSP ਗਾਰੰਟੀ ਕਰਦਾ ਇੱਕ ਬਿੱਲ ਬਣਾ ਕੇ ਦਿੱਤਾ ਸੀ। ਉਹ ਰਾਜ ਸਭਾ ਤੇ ਲੋਕ ਸਭਾ ਦੇ ਵਿੱਚ ਪੇਸ਼ ਹੋ ਗਿਆ ਸੀ, ਉੱਥੇ ਡਿਬੇਟ ਨਹੀਂ ਕਰਾਈ। ਅਸੀਂ ਅੱਜ ਵੀ ਕਰਜ਼ੇ ਮੁਕਤੀ ਵਾਲਾ ਬਿੱਲ ਅਤੇ MSP ਦੀ ਗਾਰੰਟੀ ਵਾਲਾ ਬਿੱਲ ਹੈ ਜਿਹੜਾ, ਉਹ ਸਾਡੇ ਕੋਲ ਹੈ, ਸਾਡੇ ਰਿਕਾਰਡ 'ਚ ਹੈ। ਉਹ ਕਾਨੂੰਨ ਬਣਾਉਣ 'ਚ ਦਿੱਕਤ ਕੀ ਹੈ ਇਹਨਾਂ ਨੂੰ? ਅਗਰ ਮੇਰਾ ਝੋਨਾ ਜੋ MSP ਡਿਕਲੇਅਰ ਹੋਇਆ ਉਹਦੇ ਤੇ ਵਿਕ ਜਾਂਦਾ ਹੈ, ਉਹਦੀ ਗਾਰੰਟੀ ਹੋ ਜਾਂਦੀ ਹੈ, ਜੇ ਉਹਦੇ ਤੋਂ ਘੱਟ ਖਰੀਦਦਾ ਕੋਈ, ਉਹਦੇ ਖਿਲਾਫ ਕਾਰਵਾਈ ਹੋ ਜਾਂਦੀ ਹੈ। ਇਹਦੇ ਤੋਂ ਕੀ ਸਮੱਸਿਆ ਕੀ ਹੈ? ਇਹਨਾਂ ਨੂੰ ਮੰਗ ਉੱਥੇ ਹੀ ਖੜੀ ਹੈ ਜੀ। ਖੁੱਲੇ ਫਸਲ ਦੇਣਾ ਚਾਹੁੰਦੇ ਨੇ ਵੀ ਤੁਸੀਂ ਕੌਡੀਆਂ ਦੇ ਕਿਸਾਨਾਂ ਦੀ ਫਸਲ ਖਰੀਦੋ, ਉਹ ਜੋ ਕਰਜ਼ੇ 'ਚ ਮਰਨ, ਉਹ ਖੁਦਕਸ਼ੀਆਂ ਕਰਨ, ਇਹਨਾਂ ਨੂੰ ਕੋਈ ਪਰਵਾਹ ਨਹੀਂ। ਅਸਲ 'ਚ ਪ੍ਰਾਈਵੇਟ ਰਜੀਮ ਨੂੰ, ਕਾਰਪੋਰੇਟ ਰਜੀਮ ਨੂੰ, ਜਿਹੜੇ ਇਸ ਕਿਸਮ ਦਾ ਐਗਰੀ ਬਿਜ਼ਨਸ ਤੇ ਅਨਾਜ ਤੇ ਕੰਟਰੋਲ ਕਰਨਾ ਚਾਹੁੰਦੇ ਨੇ, ਉਹਨਾਂ ਦੇ ਪੱਖ 'ਚ ਨੇ ਇਹ ਕਿਸਾਨਾਂ ਦੇ ਪੱਖ 'ਚ ਹੈਗੀ। कमेटी बनी है, सरकार कह रही है कि उस प्लेटफॉर्म पे चर्चा करो, लेकिन संयुक्त किसान मोर्चा उत्थे अपने नुमाइंदे नहीं भेजेगा। ये फैसला लिया है MSP की कानूनी गारंटी ते अड़िया होया। फिलहाल दे लई शुक्रिया, साडे कोल इस वेले समा थोड़ा घट है। शुक्रिया डॉक्टर दर्शनपाल जी, शुक्रिया हरजीत गरेवाल जी। कानूनी गारंटी नहीं दित्ती जावेगी, कानूनी गारंटी नूं लैके कोई भरोसा नहीं दिता गया। ये केंद्रीय खेती मंत्री नरेंद्र तोमर दा लोक सभा दे विच बयान है। एक सवाल पूछा गया सी
ਮੈਂਬਰਾਂ ਦੇ ਵੱਲੋਂ, ਜਿਸ ਦੇ ਵਿੱਚ ਪੁੱਛਿਆ ਗਿਆ ਸੀ ਕਿ ਕੀ ਐਮਐਸਪੀ ਦੀ ਕਾਨੂੰਨੀ ਗਾਰੰਟੀ ਨੂੰ ਲੈ ਕੇ ਕਿਸਾਨਾਂ ਨੂੰ ਭਰੋਸਾ ਦਿੱਤਾ ਗਿਆ ਸੀ, ਤਾਂ ਉਹਨਾਂ ਨੇ ਇਸ ਸਵਾਲ ਦੇ ਜਵਾਬ ਦੇ ਵਿੱਚ ਕਿਹਾ ਨਹੀਂ। ਐਮਐਸਪੀ ਨੂੰ ਹੋਰ ਅਸਰਦਾਰ ਕਿਵੇਂ ਬਣਾਇਆ ਜਾਵੇ, ਇਸ ਨੂੰ ਲੈ ਕੇ ਚਰਚਾ ਹੋਈ, ਇਸ ਨੂੰ ਲੈ ਕੇ ਭਰੋਸਾ ਵਾਰ-ਵਾਰ ਦਿੱਤਾ ਗਿਆ ਤੇ ਇਸੇ ਨੂੰ ਲੈ ਕੇ ਕਮੇਟੀ ਬਣੀ ਹੈ। ਲੇਕਿਨ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਇਸ ਕਮੇਟੀ ਦਾ ਹਿੱਸਾ ਨਹੀਂ ਬਣਨਗੇ, ਕਾਨੂੰਨੀ ਗਾਰੰਟੀ ਤੇ ਅੜੇ ਹੋਏ ਨੇ। उनती ਮੈਂਬਰੀ ਕਮੇਟੀ ਬਣਾਈ ਗਈ ਹੈ, ਜਿਸ ਦੇ ਵਿੱਚ 26 ਮੈਂਬਰ ਦੇ ਦਿੱਤੇ ਗਏ ਨੇ। 3 ਜਗ੍ਹਾਵਾਂ ਸੰਯੁਕਤ ਕਿਸਾਨ ਮੋਰਚੇ ਦੇ ਨੁਮਾਇੰਦਿਆਂ ਦੇ ਲਈ ਖਾਲੀ ਛੱਡੀਆਂ ਗਈਆਂ ਨੇ, ਲੇਕਿਨ ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਲੈ ਲਿਆ ਹੈ ਕਿ ਉਹ ਇਸ ਕਮੇਟੀ ਦਾ ਹਿੱਸਾ ਨਹੀਂ ਬਣਨਗੇ। ਉਹਨਾਂ ਨੇ ਕਿਹਾ ਕਿ ਇਹ ਕਮੇਟੀ ਕਿਸਾਨ ਵਿਰੋਧੀ ਹੈ, ਕਿਸਾਨ ਵਿਰੋਧੀ ਕਮੇਟੀ ਦੇ ਨਾਲ ਮੋਰਚਾ ਕੋਈ ਤਾਲੁਕ ਨਹੀਂ ਰੱਖੇਗਾ। ਐਮਐਸਪੀ ਕਾਨੂੰਨੀ ਗਾਰੰਟੀ ਤੱਕ ਸੰਘਰਸ਼ ਜਾਰੀ ਰਹੇਗਾ।